ਤੁਸੀਂ ਵੇਖ ਰਹੇ ਹੋ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਇੱਕ ਇਹੋ ਜਿਹੇ ਮੁੱਦੇ ਦੀ ਜਿਹਦੇ ਵਿੱਚ ਸਾਨੂੰ ਹੋਰ ਮੋਟੀਵੇਟ ਹੋਣਾ ਚਾਹੀਦਾ, ਹੋਰ ਜਾਗਰੂਕ ਹੋਣਾ ਚਾਹੀਦਾ ਕਿ ਅੱਜ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਜਿਹਦੇ ਕਰਕੇ ਸਾਨੂੰ ਇੱਕ ਵਾਰੀ ਫਿਰ ਮੌਕਾ ਮਿਲਿਆ ਆਪ ਦੇ ਇਸ਼ੂਜ਼ ਨੂੰ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਅੱਗੇ ਰੱਖ ਕੇ ਉਹਨਾਂ ਤੇ ਐਕਸ਼ਨ ਡਿਮਾਂਡ ਕਰਨ ਲਈ। ਸੋ ਆਫ ਕੋਰਸ ਗੱਲ ਹੋ ਰਹੀ ਹੈ ਦਰਸ਼ਨ ਸਿੰਘ ਧਾਲੀਵਾਲ ਜੀ, ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਐਂਟਰ ਕਰਨ ਤੋਂ ਡਿਨਾਈ ਕੀਤਾ ਗਿਆ, 에ਅਰਪੋਰਟ ਤੋਂ ਹੀ ਉਹਨਾਂ ਨੂੰ ਮੋੜਤਾ ਗਿਆ ਦਿੱਲੀ ਦੇ ਵਿੱਚ ਕੁਝ ਦਿਨਾਂ ਪਹਿਲੇ ਦੀ ਇਹ ਗੱਲ ਹੈਗੀ। ਐਂਡ ਆਫ ਕੋਰਸ ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਉੱਤੋਂ ਆਰਡਰ ਆਇਆ ਸੀ ਐਂਡ ਸ਼ਾਇਦ ਇਹਦਾ ਕਾਰਨ ਉਹਨਾਂ ਦੀ ਜੋ ਲੰਗਰ ਦੇ ਵਿੱਚ ਸਪੋਰਟ ਰਹੀ ਹੈ ਸਿੰਘੂ ਬਾਰਡਰ ਤੇ ਉਹਦੇ ਨਾਲ ਜੁੜਿਆ ਹੋਇਆ। ਬਟ ਇਹ ਤਾਂ ਚਲੋ ਇਨਸੀਡੈਂਟ ਸੀਗਾ, ਹੁਣ ਇਸ ਇਨਸੀਡੈਂਟ ਦਾ ਰਿਐਕਸ਼ਨ ਕੀ ਹੋਣਾ ਚਾਹੀਦਾ, ਇਨਫੈਕਟ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ, ਸਪੈਸ਼ਲੀ ਉਹਨਾਂ ਨੂੰ ਜੋ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਇਨਵੋਲਵਡ ਹਨ, ਐਕਟਿਵ ਹਨ, ਉਹਦੇ ਵਿੱਚ ਰਲੇ ਹੋਏ ਹੈ ਐਂਡ ਇੱਥੇ ਦੇ ਪੋਲੀਟੀਸ਼ੀਅਨਸ ਦੇ ਨਾਲ ਵਾਸਤਾ ਰੱਖਦੇ ਆ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਨੈਕਸਟ ਗੈਸਟ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਜੋ ਇਨ ਟੌਪਿਕਸ ਤੇ ਸਾਡੇ ਨਾਲ ਥੋੜੀ ਜਿਹੀ ਹੋਰ ਜਾਣਕਾਰੀ ਸ਼ੇਅਰ ਕਰਨਗੇ। ਜੁਆਇਨਿੰਗ ਅਸ ਫਰਮ ਯੂਟਾ ਮਨੀ ਗਰੇਵਾਲ ਜੀ। ਸਭ ਤੋਂ ਪਹਿਲੇ ਗਰੇਵਾਲ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ, ਸਤਿ ਸ਼੍ਰੀ ਅਕਾਲ। Ashmita ji, Sat Shri Akal. Thank you for having me there. So good to have you, Mani ji. You know, you are very active. तुसी भावें सिख मसले होन, भावें उदा ही human rights होन, तुसी बहुत ही you know proactive तरीके दे नाल इन चीज़ां नू हमेशा address करदे हो. In fact, you've already been in contact with certain senators इस issue नू लैके and तुहाडी जो relationship हैगी Indian diplomats दे नाल भी तुसी maintain करदे हो ताकि जो सिख US इंडियन इशूज़ बायलैटरल रिलेशनशिप हैगी ਉਹਦੇ ਵਿੱਚ ਸਾਡੀ ਆਵਾਜ਼ ਹੋਏ, ਸਾਡੀ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਹੋਏ। ਮਨੀ ਜੀ, ਸਭ ਤੋਂ ਪਹਿਲੇ ਇਸ ਇਸ਼ੂ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਅਪਡੇਟਸ ਹਨ? ਯੂ ਹੈਵ ਬੀਨ ਪ੍ਰੀਟੀ ਐਕਟਿਵ ਸਿੰਸ ਦਿਸ ਹੈਪਨਡ, ਵਾਟ ਹੈਵ ਯੂ ਬੀਨ ਡੂਇੰਗ? ਅਸ਼ਮਿਤਾ ਜੀ, ਮੇਰੀ ਜਿਹੜੀ ਹੈਗੀ ਹੈ ਸੋ ਫਾਰ ਵੋਲੰਟੀਅਰਸ਼ਿਪ ਇਹਦੇ ਚ ਬੜੀ ਲਿਮਟਿਡ ਹੈ। ਆਈ ਗੋਟ ਇਨ ਟੱਚ ਵਿਦ ਦਰਸ਼ਨ ਦਿਸ ਮਾਰਨਿੰਗ, ਧਾਲੀਵਾਲ ਵੀਰ ਜੀ ਨਾਲ, ਤੇ ਓਬਵੀਅਸਲੀ ਇਟ ਹੈਡ ਕਮ ਟੂ ਮੀ ਵੀਆ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਮੈਂ ਪੜ੍ਹਦਾ, ਇੰਗਲਿਸ਼ ਟ੍ਰਿਬਿਊਨ ਪੜ੍ਹਦਾ, ਉਹਦੇ 'ਚ ਜਦੋਂ ਮੈਂ ਹੈਡਲਾਈਨਸ ਦੇਖੀਆਂ ਸੋ ਇਟ ਵਾਜ਼ ਕੁਆਇਟ ਇਨਫੂਰੀਏਟਿੰਗ ਟੂ ਨੋ ਕਿ ਸਾਡੇ ਸਿੱਖ ਕਮਿਊਨਿਟੀ ਦੇ ਮੌੜ ਸਰਦਾਰ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ, ਜਿਹੜੇ ਕਿ ਬੜੇ ਪੈਟਰੀਓਟਿਕ ਨੇ, ਦੋਨਾਂ ਮੁਲਕਾਂ 'ਚ ਵੋਲੰਟੀਅਰ ਕੰਮ ਕਰਦੇ ਨੇ, ਪਰਸਨੈਲਿਟੀ ਬਹੁਤ ਸੋਹਣੀ ਉਹਨਾਂ ਦੀ, ਹਰ ਇੱਕ ਕੰਮ 'ਚ ਪਾਰਟੀਸਪੇਟ ਕਰਨ ਲਈ, ਉਹਨਾਂ ਦਾ ਕੱਦ ਬਹੁਤ ਵੱਡਾ ਪਾਰਟੀਸਪੇਟ ਕਰਨ ਲਈ। ਸੋ ਦਿਲ ਦੁਖਿਆ ਕਿ ਇੰਨੇ ਵੱਡੇ ਕੱਦ ਦੇ ਸਾਡੇ ਕਮਿਊਨਿਟੀ ਦੇ ਲੀਡਰ, ਮੇਰੇ ਵੱਡੇ ਭਰਾ ਨੂੰ ਇਸ ਤਰੀਕੇ ਨਾਲ ਕਿਉਂ ਟਰੀਟ ਕੀਤਾ ਗਿਆ। ਸੋ ਇਮੀਡੀਏਟ ਰਿਐਕਸ਼ਨ ਤਾਂ ਇਹ ਸੀਗਾ ਕਿ ਕਲੀਅਰ ਸੀਗਾ ਕਿ ਇਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਹੈ ਲੰਗਰ ਦੇ ਵਿੱਚ, ਹੋਰ ਅਦਰਵਾਈਜ਼ ਇੰਨੇ ਇਹਨਾਂ ਨੂੰ ਸਾਲ ਹੋ ਗਏ ਬਾਹਰ ਰਹਿੰਦਿਆਂ ਨੂੰ, ਇੰਨੇ ਇਹਨਾਂ ਦੇ ਪਹਿਲਾਂ ਹਰ ਇੱਕ ਜਗ੍ਹਾ ਇਹਨਾਂ ਨੂੰ ਇਨਵਾਈਟ ਕੀਤਾ ਜਾਂਦਾ। ਪ੍ਰੈਜ਼ੀਡੈਂਟ ਕਲਿੰਟਨ ਨੇ ਇਹਨਾਂ ਨੂੰ ਇਨਵਾਈਟ ਕੀਤਾ ਸੀਗਾ ਟ੍ਰੇਡ ਮਿਸ਼ਨ ਵਾਸਤੇ, ਟ੍ਰੇਡ ਡੈਲੀਗੇਟਸ ਲਈ। ਕਿਹੜੇ ਇਵੈਂਟਸ ਨੇ ਜਿੱਥੇ ਇਹਨਾਂ ਦਾ ਨਾਂ ਨਹੀਂ ਆਉਂਦਾ? ਸੋ ਬੜੀ ਸ਼ਰਮ ਵਾਲੀ ਗੱਲ ਸੀਗੀ ਅੱਜ ਕਿ ਇਹਨਾਂ ਨੂੰ 에ਅਰਪੋਰਟ ਤੋਂ ਕੱਲ ਇਹਨਾਂ ਨੂੰ ਉੱਥੋਂ ਵਾਪਸ ਭੇਜਿਆ ਗਿਆ। ਸੋ ਇਮੀਡੀਏਟ ਰਿਐਕਸ਼ਨ ਤਾਂ ਇਹ ਸੀਗਾ ਕਿ ਵਾਟ ਇਜ਼ ਨੈਕਸਟ, ਹੁਣ ਕੀ ਕੀਤਾ ਜਾਣਾ ਚਾਹੀਦਾ। ਜਿਹੜਾ ਹੋ ਗਿਆ ਉਹ ਤਾਂ ਹੋ ਗਿਆ। ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਕਮਿਊਨਿਟੀ ਇੱਕਦਮ ਜਾਗਰਤ ਹੋਈ। ਤੁਹਾਡੀ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਵੀ ਪ੍ਰੋਐਕਟਿਵਲੀ ਬਹੁਤ ਛੇਤੀ ਐਕਸ਼ਨ ਲਿਆ। ਸੋ ਮੇਰੀ ਨਿਮਾਣੀ ਜੀ ਆਵਾਜ਼ ਦੇ ਨਾਲ ਮੈਂ ਤਾਂ ਸਿਰਫ ਇੰਨਾ ਕੀਤਾ ਕਿ ਮੈਂ ਆਪਣੇ ਸੈਨੇਟਰਸ ਨੇ, ਸਾਡੇ ਮਿਟ ਰੋਮਨੀ ਹਾਈ ਪ੍ਰੋਫਾਈਲ ਸੈਨੇਟਰ ਨੇ, ਉਹ ਯੂਟਾ ਤੋਂ ਹੀ ਨੇ, ਸੋ ਉਹਨਾਂ ਦੇ ਸਟਾਫ ਦੇ ਨਾਲ ਇਨ ਟੱਚ ਵਿਦ ਹੋ ਕੇ ਮੈਂ ਆਪਣਾ ਰਿਗਰੈਟ ਭੇਜਿਆ, ਆਪਣੀ ਰਿਜ਼ੈਂਟਮੈਂਟ ਭੇਜੀ ਹੈ। ਅਸੀਂ 500 ਦੇ ਕਰੀਬ ਯੂਟਾ 'ਚ ਪੰਜਾਬੀ ਕਮਿਊਨਿਟੀ ਦੇ ਬੰਦੇ ਹਾਂ। ਸੋ ਸਾਡੀ ਆਵਾਜ਼ ਤਕਰੀਬਨ ਇਹੋ ਜਿਹੇ ਇਸ਼ੂਜ਼ ਲਈ ਯੂਨਾਈਟਿਡ ਹੈ। ਅਸੀਂ ਕਾਫੀ ਇਕੱਠੇ ਹੋ ਕੇ ਯੂਨਾਈਟਿਡ ਆਵਾਜ਼ ਰੇਜ਼ ਕਰ ਲੈਂਦੇ ਹਾਂ ਜਦੋਂ ਕੋਈ ਮੁੱਦੇ ਦੀ ਲੋੜ ਪੈਂਦੀ ਹੈ। ਸੋ ਇਸ ਮੁੱਦੇ ਤੇ ਮੈਂ ਆਪਣੇ ਆਪ ਹੀ ਕਮਿਊਨਿਟੀ ਦੇ ਬਿਹਾਫ ਤੇ ਸੈਨੇਟਰਸ ਨੂੰ ਦੋਨਾਂ ਨੂੰ ਲਿਖਿਆ ਕਿ ਇੱਕ ਤਾਂ ਇਹ ਹੈ ਕਿ ਇਟ ਸ਼ੁੱਡ ਬੀ ਇਮੀਡੀਏਟਲੀ ਰਿਵਰਟਡ ਬੈਕ, ਕੋਈ ਰੀਜ਼ਨ ਨਹੀਂ ਹੈਗਾ, ਕੋਈ ਉਹਨਾਂ ਤੇ ਚਾਰजेस ਨਹੀਂ ਹੈਗੇ, ਨੀਟ ਐਂਡ ਕਲੀਨ ਨੇ, ਕਿਸੇ ਕਿਸਮ ਦੀ ਕੋਈ ਇਨਵੋਲਵਮੈਂਟ ਨਹੀਂ ਗੀ। ਕੀ ਅਸੀਂ ਸਿੱਖ ਧਰਮ ਦੇ ਫੋਲੋਅਰ ਹੋਣ ਕਰਕੇ ਅਸੀਂ ਹਰ ਇੱਕ ਨੂੰ ਲੰਗਰ ਨਹੀਂ ਦੇ ਸਕਦੇ? ਅਸੀਂ ਸੀਰੀਅਨ ਬਾਰਡਰ ਤੇ ਲੰਗਰ ਦੇ ਸਕਦੇ ਹਾਂ, ਅਸੀਂ ਅਫਗਾਨਿਸਤਾਨ ਤੇ ਦੇ ਸਕਦੇ ਹਾਂ, ਦੁਨੀਆ 'ਚ ਕਿਤੇ ਅਰਥਕੁਏਕ ਆਵੇ ਅਸੀਂ ਉੱਥੇ ਜਾਂਦੇ ਹਾਂ, ਕਿਤੇ ਭੁਚਾਲ ਆਵੇ ਉੱਥੇ ਜਾਂਦੇ ਹਾਂ, ਅਸੀਂ ਕਿਤੇ ਸੁਨਾਮੀ ਆਵੇ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਿਸ਼ਾਨ ਸਾਹਿਬ ਤੇ ਸਾਡੇ ਲੰਗਰ ਹਰ ਇੱਕ ਲਈ ਖੁੱਲੇ ਨੇ।
ਸੋ ਬਹੁਤ ਦਿਲ ਦੁਖਿਆ। ਸੋ ਆਈ ਡਿਡ ਕਮਿਊਨੀਕੇਟ ਵਿਦ ਸੈਨੇਟਰ ਰੋਮਨੀ ਐਂਡ ਸੈਨੇਟਰ ਮਾਈਕ ਲੀ। ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ, ਪਰ ਉਹਦੇ 'ਚ ਇਹੀ ਹੈ ਕਿ ਉਹ ਇਸ ਗੱਲ ਨੂੰ ਪੋਲੀਟੀਕਲੀ ਲੈਣ ਤੇ ਇਸ ਗੱਲ ਨੂੰ ਰਿਜ਼ੋਲਵ ਕਰਨ। Mani ji, I have to ask because ਤੁਸੀਂ ਤਾਂ as quickly as possible ਤੁਸੀਂ ਇਹ ਕਦਮ ਚੁੱਕ ਲਿਆ, ਆਪ ਦੇ senators ਨੂੰ ਤੁਸੀਂ reach out ਕੀਤਾ, and of course Mitt Romney formerly ran a presidential campaign, so of course he's very very high profile, but Utah ਦੇ ਵਿੱਚ ਤੁਸੀਂ ਸਾਨੂੰ ਦੱਸਿਆ ਕਿ ਲਗਭਗ 500 ਸਿੱਖ ਵਸਦੇ ਹੈ। What about the bigger states, California, New York, Indiana, Texas, ਜਿੱਥੇ ਸਾਡੀ ਗਿਣਤੀ, ਸਾਡੀ ਆਬਾਦੀ ਤੇ ਸਾਡੀ ਸਟਰੈਂਥ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੀ, ਉੱਥੇ ਸਾਡੀ ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ? ਵਾਟ ਡੂ ਯੂ ਰეკਮੈਂਡ, ਜਾਂ ਕੋਈ ਪਲਾਨ ਆਫ ਐਕਸ਼ਨ ਤੁਸੀਂ ਦੱਸ ਸਕਦੇ ਹੋ ਸਾਨੂੰ, ਜੋ ਸਾਨੂੰ ਦਰਸ਼ਕ ਸੁਣ ਰਹੇ ਹੈ ਉਹਨਾਂ ਲਈ? ਅਸ਼ਮਿਤਾ ਜੀ, ਬਹੁਤ ਤੁਹਾਡਾ ਇਹ ਜਿਹੜਾ ਸਵਾਲ ਹੈ ਬਹੁਤ ਵੇਟੇਜ ਰੱਖਦਾ। ਉਹ ਇਸ ਕਰਕੇ ਕਿ ਅਸੀਂ ਅਮਰੀਕਾ 'ਚ ਸਾਡੀ ਐਗਜ਼ੈਕਟ ਨੰਬਰਿੰਗ ਨਹੀਂ ਹੋ ਸਕੀ। ਕੋਈ ਸਾਨੂੰ ਕਹਿ ਰਹੇ ਨੇ ਅਸੀਂ 7 ਲੱਖ ਦੇ ਕਰੀਬ ਆ, ਕੋਈ 8 ਲੱਖ। ਐਨੀਵੇ, ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਈਸਟ ਕੋਸਟ ਤੇ ਕੈਲੀਫੋਰਨੀਆ ਏਰੀਆ ਦੇ ਵਿੱਚ ਜ਼ਿਆਦਾ ਕਨਸੈਂਟਰੇਟਡ। ਸਾਡੀ ਇੰਨੀ ਗਿਣਤੀ ਹੋਣ ਦੇ ਬਾਵਜੂਦ ਸਾਡੇ ਲਈ ਮੰਦਭਾਗੀ ਵਾਲੀ ਗੱਲ ਇਹ ਹੈ ਕਿ ਸਾਡੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਸਾਡੀ ਕਮਿਊਨਿਟੀ ਦੇ 5-7 ਲੀਡਰ ਇਹੋ ਜਿਹੇ ਆਉਂਦੇ ਨੇ ਜਿਹੜੇ ਜਾਂ ਤਾਂ ਵਾਈਟ ਹਾਊਸ ਜਾ ਕੇ ਲਾਨ 'ਚ ਫੋਟੋ ਖਿਚਾ ਕੇ ਪਾਰਟੀ ਕਰਕੇ ਮੁੜੇ ਆਉਂਦੇ ਆ। ਸਾਡੇ ਇਸ਼ੂਜ਼ ਨੇ ਜਿਹੜੇ ਐਜ਼ ਇੰਡੀਅਨਸ ਐਂਡ ਐਜ਼ Sikhs, as a minority here, as a minority there, and especially after 9/11 ਸਾਡੀ ਆਇਡੈਂਟੀਟੀ ਹੈ ਜਿਹੜੀ ਉਹ ਮੈਚ ਕਰਦੀ ਹੈ ਸਾਡੇ ਮੁਸਲਿਮ ਭਰਾਵਾਂ ਨਾਲ ਜੀ। ਸੋ ਸਾਡੀ ਕਮਿਊਨਿਟੀ ਲਈ ਇਹ ਬਹੁਤ ਜ਼ਰੂਰੀ ਹੈ ਜੀ ਕਿ ਅਸੀਂ ਹੁਣ ਜਿੱਥੇ 6 ਕਾਂਗਰਸਮੈਨ ਹੋਰ ਨੇ ਆਪਣੇ ਇੰਡੀਅਨ ਓਰੀਜਨ ਦੇ, ਦੈਟਸ ਅ ਮੈਟਰ ਆਫ ਪ੍ਰਾਈਡ। ਅਸੀਂ ਉਸ ਗੱਲ ਦੇ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ, ਪਰ ਸਾਨੂੰ ਸਿੱਖ ਨੁਮਾਇੰਦਾ ਵੀ ਚਾਹੀਦਾ ਜੀ। ਇਹ ਸਾਡੇ ਲਈ English the word imperative. So it is imperative for the Sikhs to wake up and send a representative to Washington DC who should be a volunteer, who should be a sevadar. He should not go there to represent himself or what is in it for me. He should go there as a sevadar of the Sikh community, as a vocal person, ਗੁਰੂਆਂ ਦੀ ਰਿਪਰੈਜ਼ੈਂਟੇਸ਼ਨ ਕਰਨ ਲਈ ਜਾਣਾ ਚਾਹੀਦਾ, ਜਿਹਨੂੰ ਕਿ ਅਸੀਂ ਹਿਊਮਨ ਰਾਈਟਸ ਲਈ, ਗੁਰੂ ਨਾਨਕ ਦਾ ਮੈਸੇਜ, ਬ੍ਰਦਰਹੁੱਡ ਦਾ, ਇਕੁਐਲਿਟੀ ਦਾ, ਸ਼ੇਅਰਿੰਗ ਦਾ, ਤੇ ਹਰ ਇੱਕ ਜਗ੍ਹਾ ਸੱਚ ਨੂੰ ਸੱਚ ਬੋਲਣ ਦੀ ਆਵਾਜ਼ ਬੁਲੰਦ ਕਰਨ ਲਈ ਜਾਣਾ ਚਾਹੀਦਾ, ਨਾ ਕਿ ਫੰਡ ਇਕੱਠੇ ਕਰਕੇ ਫਸਟ ਕਲਾਸ 'ਚ ਫਲਾਈ ਕਰਕੇ ਮੌਜਾਂ ਲੁੱਟ ਕੇ ਅਸੀਂ ਹਰ ਇੱਕ ਕਮਿਊਨਿਟੀ ਨੂੰ ਇਮੋਸ਼ਨਲ ਕਰਕੇ ਚਲੇ ਜਾਂਦੇ ਹਾਂ, ਜਕਾਰੇ ਛੱਡ ਲੈਂਦੇ ਹਾਂ, ਜਾਂ ਅਸੀਂ ਜਿੱਥੇ ਵੀ ਕਿਤੇ ਹੁੰਦਾ ਧਰਮ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਬਾਅਦ 'ਚ ਅਸੀਂ ਆਪਦੀ ਰਿਪਰੈਜ਼ੈਂਟੇਸ਼ਨ ਨੂੰ ਹੀ ਅੱਗੇ ਲੈ ਕੇ ਆਉਂਦੇ ਹਾਂ। ਮਨੀ ਜੀ, of course ਇਹ ਸਟੋਰੀ ਡਿਵੈਲਪ ਹੋ ਰਹੀ ਹੈ, there is a lot of things ਜੋ ਇਹਦੇ ਵਿੱਚ ਜਿਸ ਤਰ੍ਹਾਂ ਉਹ ਡਿਵੈਲਪ ਹੋਣਗੇ, ਅੱਗੇ ਨਿਕਲਣਗੀਆਂ, ਉਹਨਾਂ ਤੇ ਅਸੀਂ ਕਵਰੇਜ ਜ਼ਰੂਰ ਕਰਾਂਗੇ। ਬਟ ਅੱਜ ਮਤਲਬ ਤੁਹਾਡੇ ਇਸ ਸੈਗਮੈਂਟ ਦੇ ਵਿੱਚ, ਕਲੋਜ਼ਿੰਗ ਦੇ ਵਿੱਚ, ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦੀ ਹਾਂ, in every crisis there is an opportunity, right? ਇਹ ਬਹੁਤ famous ਇੱਕ phrase ਸੀਗਾ। ਇਸ ਅਗਰ ਅਸੀਂ phrase ਨੂੰ ਇੱਥੇ ਇਸ ਸਿਚੁਏਸ਼ਨ ਦੇ ਵਿੱਚ ਅਪਲਾਈ ਕਰਦੇ, ਤੁਹਾਨੂੰ ਲੱਗਦਾ ਹੈ ਕਿ ਇਸ ਇਨਸੀਡੈਂਟ ਤੋਂ ਜੋ ਧਾਲੀਵਾਲ ਜੀ ਨਾਲ ਹੋਇਆ, ਇੱਕ opportunity arise ਹੁੰਦੀ ਹੈ ਇਸ ਮੋਰਚੇ ਨੂੰ ਇੱਕ ਇੱਕ ਨਿਊ breath of air ਦੇਣ ਲਈ, ਹੋਰ ਜਜ਼ਬਾ ਦੇਣ ਲਈ, ਜਿੱਥੇ ਪਿਛਲੇ 11 ਮਹੀਨਿਆਂ ਤੋਂ ਕੋਈ ਇਹਦੇ ਵਿੱਚ ਵੱਡਾ ਪ੍ਰੋਗਰੈਸ ਨਹੀਂ ਵੇਖਣ ਨੂੰ ਮਿਲਿਆ ਸਾਨੂੰ, that perhaps ਇਸ ਇਨਸੀਡੈਂਟ ਤੋਂ ਬਾਅਦ we can see some movement, ਭਾਵੇਂ ਉਹ ਇੰਡੀਆ ਦੇ ਵਿੱਚ ਹੋਏ ਜਾਂ ਇੱਥੇ? ਇੰਡੀਆ ਦੀ ਮੂਵਮੈਂਟ 'ਚ ਕਹਿਣਾ ਮੁਸ਼ਕਿਲ ਹੈ ਜੀ। ਮੈਂ ਹੁਣੇ ਤੁਹਾਡੀ ਹੈਡਲਾਈਨ ਥੱਲੇ ਦੇਖ ਰਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਕੱਦ ਵੱਡਾ ਹੋਣ ਦੇ ਨਾਲ ਉਹਨਾਂ ਨੇ ਮੋਦੀ ਜੀ ਨੂੰ ਅਪੀਲ ਕੀਤੀ ਹੈ। ਡਿਪਲੋਮੈਟਿਕ ਕਮਿਊਨਿਟੀ ਸਾਰੀ ਧਾਲੀਵਾਲ ਜੀ ਨੂੰ ਟਾਈਮ ਟੂ ਟਾਈਮ ਯਾਦ ਕਰਦੀ ਹੈ। ਕੋਈ ਇਵੈਂਟ ਇੱਥੇ ਇਹੋ ਜਿਹਾ ਨਹੀਂ ਹੋਇਆ ਹੋਵੇਗਾ ਜਿਹੜਾ ਨੈਸ਼ਨਲ ਲੈਵਲ ਦਾ ਹੋਵੇ ਜਿਹਦੇ 'ਚ ਧਾਲੀਵਾਲ ਜੀ ਨੂੰ ਪਹਿਲਾਂ ਕਿਤੇ ਇਨਵਾਈਟ ਨਾ ਕੀਤਾ ਗਿਆ ਹੋਵੇ। ਸੋ ਜਿੱਥੇ ਇਸ ਤਰੀਕੇ ਦੇ ਬਾਇਲੇਟਰਲ ਰਿਲੇਸ਼ਨਸ ਐਟ ਸਟੇਕ ਹੋਣ, ਉੱਥੋਂ ਦੀ ਓਪਰਚੁਨਿਟੀ ਉਹਦੇ 'ਚੋਂ ਇਹ ਨਿਕਲਦੀ ਹੈ ਜੀ ਕਿ ਠੀਕ ਹੈ, ਧਾਲੀਵਾਲ ਸਾਹਿਬ ਵੱਡੇ ਬਿਜ਼ਨਸਮੈਨ ਨੇ, ਉਹਨਾਂ ਕੋਲ ਸਮਾਂ ਵੀ ਉਸ ਹਿਸਾਬ ਨਾਲ ਆ। ਇੱਕ ਵਰਕਰ ਘੋੜੇ ਦੀ ਲੋੜ ਆ ਜਿਹੜਾ ਚੰਗਾ ਭੌਂਕੜ ਹੋਵੇ, ਜਿਹੜਾ ਚੰਗਾ ਵਿਜ਼ਨ ਰੱਖਦਾ ਹੋਵੇ ਕਿ ਮੈਂ ਬੋਲ ਸਕਦਾ ਕਿਸੇ ਇਸ਼ੂਜ਼ ਤੇ ਜਾ ਕੇ, ਕਿਤੇ ਰਿਪਰੈਜ਼ੈਂਟ ਕਰ ਸਕਦਾ। ਸਾਡੀ ਕਮਿਊਨਿਟੀ ਨੂੰ ਇਸ ਵੇਲੇ ਇਹ ਲੋੜ ਹੈ ਜੀ, ਜਿੱਥੇ ਅਸੀਂ ਕਾਉਂਸਲ, ਸਿਟੀ ਕਾਉਂਸਲ ਜਾਂ ਸਟੇਟ ਲੈਵਲ ਦੀਆਂ ਥੋੜ੍ਹੀ ਬਹੁਤੀ ਪਾਰਟਿਸਿਪੇਟ ਕਰ ਰਹੇ ਹਾਂ,
ਐਕਚੁਅਲੀ ਸਾਡਾ ਫੋਕਸ ਕਾਂਗਰਸਮੈਨ ਤੇ ਸੈਨੇਟਰ ਵੱਲ ਹੋਣਾ ਚਾਹੀਦਾ। ਇਟ ਇਜ਼ ਲੌਂਗ ਓਵਰਡਿਊ। ਅਸੀਂ ਕਾਮਾਂਗਾਟਾ ਮਾਰੂ ਹੰਡਾਏ ਨੂੰ ਮੁੱਦਤਾਂ ਹੋ ਗਈਆਂ। ਸੋ ਹੁਣ ਸਾਡਾ ਵੇਲਾ ਕਿ ਅਸੀਂ ਹਰ ਇੱਕ ਇਸ਼ੂ ਤੇ ਜਦੋਂ ਸਾਡੇ ਕੁੱਟ ਪੈਂਦੀ ਹੈ ਉਦੋਂ ਹੀ ਨਾ ਚੀਕ ਮਾਰੀਏ, ਅਸੀਂ ਪਹਿਲਾਂ ਐਨਾਲਾਈਜ਼ ਕਰੀਏ ਕਿ ਸਾਨੂੰ ਹੋਰ ਕੀ ਪੋਸੀਬਿਲਿਟੀਜ਼ ਨੇ, ਕਿੱਥੇ ਸਾਡੀ ਜ਼ਰੂਰਤ ਹੈ ਕਿ ਅਸੀਂ ਯੂਨਾਈਟ ਹੋ ਕੇ ਆਪਦਾ ਰਿਪਰੈਜ਼ੈਂਟੇਟਿਵ ਭੇਜੀਏ। ਸਾਡੀ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਜੀ। ਠੀਕ ਹੈ, ਸਾਡੇ ਰਿਪਰੈਜ਼ੈਂਟੇਟਿਵ ਹੈਗੇ ਨੇ, ਈਵਨ ਕਮਾਲਾ ਹੈਰਿਸ ਇਜ਼ ਆਫ ਇੰਡੀਅਨ ਓਰੀਜਨ, ਪਰ ਕੀ ਕੋਈ ਵੀ ਇੰਡੀਅਨ ਓਰੀਜਨ ਦਾ ਬੰਦਾ ਕਹਿ ਸਕਦਾ? ਦੇਖੋ 50 ਦੇ ਕਰੀਬ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਪਾਇੰਟਮੈਂਟਸ ਕੀਤੀਆਂ ਨੇ ਜੀ, ਇੱਕ ਵੀ ਸਿੱਖ ਫੇਥ ਦਾ ਉਹਨਾਂ ਚੋਂ ਰਿਪਰੈਜ਼ੈਂਟੇਟਿਵ ਕਿਸੇ ਵੀ ਪੋਜੀਸ਼ਨ ਲਈ ਨਹੀਂ ਕੱਢਿਆ ਗਿਆ। ਕੀ ਗੱਲ ਸਾਡੇ 'ਚ ਕੈਪੇਬਿਲਿਟੀ ਨਹੀਂ? ਸਾਡੇ 'ਚ ਲਾਇਰਸ ਨਹੀਂ ਗਏ? ਮੈਂ ਯੂਐਸ ਚੈਂਬਰ ਆਫ ਕਮਰਸ ਨਾਲ 7 ਸਾਲ ਕੰਮ ਕੀਤਾ। ਆਈ ਸ਼ੁੱਡ ਬੀ ਔਨ ਸਮ ਕਮੇਟੀ। ਮੈਂ ਤਾਂ ਵਲੰਟੀਅਰ ਹੀ ਬਹੁਤ ਹਾਂ ਜੀ, ਮੇਰੇ ਕੋਲ ਸਮਾਂ ਬਹੁਤ ਆ। ਆਈ ਐਮ ਵਿਲਿੰਗ ਟੂ ਵਲੰਟੀਅਰ ਜਿੱਥੇ ਕਿਤੇ। ਇਹ ਨਹੀਂ ਕਿ ਮੈਂ ਐਂਟੀ ਇੰਡੀਆ, ਮੈਂ ਤਾਂ ਭਾਰਤ ਦਾ ਪੈਟਰੀਓਟਿਕ ਬੰਦਾ। ਤਾਂ ਹੀ ਤਾਂ ਮੈਨੂੰ ਸਾਰੇ ਇੰਡੀਅਨ ਕਾਉਂਸਲੇਟ ਤੇ ਜਦ ਵੀ ਕੋਈ ਇਨਵੈਸਟਮੈਂਟ ਦੇ ਸੈਮੀਨਾਰ ਹੁੰਦੇ ਆ, ਯੂਟਾ ਚ ਆਉਂਦੇ ਆ, ਵੀ ਆਰ ਆਲਵੇਜ਼ देयर। ਸੋ ਇਹ ਬਾਇਲੇਟਰਲ ਜਿਹੜੇ ਰਿਲੇਸ਼ਨਸ਼ਿਪ ਨੇ, ਇਹਨਾਂ ਨੂੰ ਬਣਾਉਣ ਦੀ ਲੋੜ ਹੈ, ਨਾ ਕਿ ਇਹਨਾਂ ਨੂੰ ਵਿਗਾੜਨ ਦੀ ਲੋੜ ਹੈ। ਸੋ ਉਹਦੇ ਲਈ ਬ੍ਰਿਜ ਕਰਨ ਲਈ ਸਾਨੂੰ ਇਹਨੂੰ ਕੋਈ ਰਿਲੀਜੀਅਸ ਰੰਗਤ ਨਹੀਂ ਦੇਣ ਦੀ ਲੋੜ। ਸਾਨੂੰ ਇਹੋ ਜਿਹੇ ਨਿਊਟਰਲ ਬੰਦੇ ਚਾਹੀਦੇ ਨੇ ਜਿਹੜੇ ਜਾ ਕੇ ਉੱਥੇ ਬੋਲ ਸਕਣ ਤੇ ਹਮੇਸ਼ਾ ਬ੍ਰਿਜ ਅਪ ਕਰ ਸਕਣ। ਤੇ ਜਿੱਥੇ ਟਾਈਮ ਟੂ ਟਾਈਮ ਜੇ ਪ੍ਰੋਟੈਸਟ ਕਰਨਾ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਅਰਾ ਦਿੱਤਾ ਕਿ ਹਮੇਸ਼ਾ ਲੌਜਿਕ ਨਾਲ ਬੋਲੋ, ਜਦੋਂ ਲੋੜ ਹੈ ਸੱਚ ਬੋਲੋ। ਤੇ ਇਸ ਕਰਕੇ ਮੇਰਾ ਤਾਂ ਇਹੀ ਕਹਿਣਾ ਜੀ, ਇਸ ਚੋਂ ਓਪਰਚੁਨਿਟੀ ਇਹੀ ਨਿਕਲਦੀ ਹੈ ਕਿ ਅਸੀਂ ਗੁਰੂਆਂ ਦੇ ਮਾਰਗ ਤੇ ਚੱਲਦੇ ਹੋਏ ਸਿੱਖ ਕਮਿਊਨਿਟੀ ਦੀ ਆਵਾਜ਼ ਲੈ ਕੇ ਚੱਲੀਏ, ਤੇ ਪਰ ਉਹ ਕਿਸੇ ਨਿਸ਼ਕਾਮ ਹੋਣੀ ਚਾਹੀਦੀ ਹੈ ਜੀ। ਥੈਂਕ ਯੂ ਸੋ ਮਚ ਮਨੀ ਗਰੇਵਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਟਾਈਮ ਕੱਢ ਕੇ ਕਿ ਸਾਨੂੰ ਇੰਨੀ ਤੁਸੀਂ ਮੋਟੀਵੇਟਿੰਗ, ਇੰਨੀ ਜਜ਼ਬੇ ਦੇ ਨਾਲ ਤੁਸੀਂ ਕੁਝ ਅਗਲੇ ਕਦਮ ਦੱਸੇ ਕਿ ਕੀ ਅਸੀਂ ਕਰ ਸਕਦੇ ਹਾਂ ਇਸ ਇਨਸੀਡੈਂਟ ਨੂੰ ਲੈ ਕੇ, ਐਂਡ ਓਵਰਆਲ ਕਿੱਥੇ ਕਮੀ ਰਹਿ ਗਈ ਹੈ ਸਾਡੀ ਇੱਥੇ ਵਸਦੀ ਹੋਈ ਕਮਿਊਨਿਟੀ ਦੀ, ਇੱਥੇ ਦੇ ਸਿਸਟਮ ਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਦੀ ਕੀ ਕਮੀ ਰਹਿ ਗਈ ਹੈ। ਮਨੀ ਗਰੇਵਾਲ ਜੀ, ਹੈਵ ਅ ਗੁੱਡ ਰੈਸਟ ਆਫ ਯੂਰ ਨਾਈਟ। ਸਤਿ ਸ਼੍ਰੀ ਅਕਾਲ। ਸ਼ਮੀਤਾ ਜੀ, ਥੈਂਕ ਯੂ ਫॉर ਹੈਵਿੰਗ ਮੀ। ਤੁਹਾਡੀ ਸਾਰੀ ਟੀਮ ਦਾ ਧੰਨਵਾਦ, ਸਾਰੇ ਸਰੋਤਿਆਂ ਦਾ ਧੰਨਵਾਦ। ਲੈਟਸ ਆਲ ਡੂ ਸਮਥਿੰਗ ਟੁਗੇਦਰ। ਸਤਿ ਸ਼੍ਰੀ ਅਕਾਲ ਜੀ।